Hello everyone, I am Anupama Sharma, your English teacher from Government Girls Senior Secondary School Barnala. Today I will discuss an important topic before you. Can you guess the topic after looking at these pictures? Someone is writing, someone is posting, someone is reading. Yes, I think you must have guessed the topic. Today we will start with letter writing. Letter writing. Nowadays, though modern technology has made communication very easy, even then, art of writing a letter is considered an important requirement. Even today, a letter is an important means of communication in both the workspace as well as our personal lives. So let us educate ourselves with the technique of letter writing. ਅੱਜ ਦੇ ਦਿਨ ਚ ਚਾਹੇ ਸਾਡੀ ਮਾਡਰਨ ਤਕਨੀਕ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਫਿਰ ਵੀ ਅਸੀਂ ਪੱਤਰ ਲੇਖਣ ਜਿਹੜਾ ਹੈ ਉਹ ਸਾਡਾ ਅੱਜ ਵੀ ਇੱਕ ਸੰਚਾਰ ਦਾ ਬਹੁਤ ਹੀ ਮਹੱਤਵਪੂਰਨ ਮਾਧਿਅਮ ਹੈਗਾ ਹੈ ਸੋ ਅਸੀਂ ਅੱਜ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਪੱਤਰ ਲੇਖਣ ਦੀ ਤਕਨੀਕ ਨਾਲ ਜਾਣੂ ਕਰਵਾਵਾਂਗੇ First of all, we will discuss the types of letters. ਕਿਹੜੀਆਂ Formal letters, informal letters. Let us first understand that there are broadly two types of letters. Formal, informal. Formal मतलब रस्मी पत्र. Informal ਦਾ ਮਤਲਬ ਹੈ ਬੇਟਾ ਸਾਡੇ ਗੈਰ ਰਸਮੀ ਪੱਤਰ But there are also a few types of letters based on their contents, formalities, the purpose of letter writing, etc. ਲੇਕਿਨ ਹੋਰ ਤਰ੍ਹਾਂ ਦੇ ਵੀ ਕਈ ਪੱਤਰ ਅਸੀਂ ਲਿਖਦੇ ਹਾਂ ਉਹ ਨਿਰਭਰ ਕਰਦੇ ਆ ਬਈ ਉਹਨਾਂ ਦਾ ਕੀ ਵਿਸ਼ੇ ਵਸਤੂ ਹੈ ਹੋਰ ਵੀ ਜਿਵੇਂ ਸਰਕੂਲਰ ਲੈਟਰ ਹੋ ਜਾਂਦੇ ਆ ਬੇਟਾ ਤੁਹਾਡੇ ਬਿਜ਼ਨਸ ਲੈਟਰਸ ਹੋ ਜਾਂਦੇ ਆ ਔਰ ਕਈ ਵਾਰੀ ਤੁਸੀਂ ਈਮੇਲ ਦੇ ਤੌਰ ਤੇ ਕਿਸੇ ਨੂੰ ਕੋਈ ਖਾਸ ਇਨਫੋਰਮੇਸ਼ਨ ਕਿਸੇ ਦਫ਼ਤਰ 'ਚ ਦੇਣੀ ਹੁੰਦੀ ਹੈ ਉਹਨੂੰ ਵੀ ਅਸੀਂ ਪੱਤਰ ਲਿਖਣ ਦੀ ਹੀ ਕੈਟਾਗਰੀ 'ਚ ਲੈ ਲੈਂਦੇ ਹਾਂ ਸਭ ਤੋਂ ਪਹਿਲੇ ਮੈਂ ਤੁਹਾਨੂੰ ਕਿਹਾ ਪਹਿਲਾ ਪੱਤਰ ਲਿਖਣ ਦਾ ਤਰੀਕਾ ਹੈ ਫਾਰਮਲ ਲੈਟਰ ਯਾਨੀ ਰਸਮੀ ਪੱਤਰ These letters follow a certain pattern and formality. They are strictly kept professional in nature. ਇਹ ਜਿਹੜੇ ਸਾਡੇ ਰਸਮੀ ਪੱਤਰ ਹੁੰਦੇ ਆ ਇਹ ਇੱਕ ਖਾਸ ਤਰੀਕੇ ਦਾ ਸਾਨੂੰ ਇਹਨੂੰ ਲਿਖਣ ਵੇਲੇ ਸਾਨੂੰ ਇੱਕ ਖਾਸ ਤਰੀਕੇ ਦਾ ਧਿਆਨ ਰੱਖਣਾ ਪੈਂਦਾ ਹੈ ਲਿਖਦੇ ਹੋਏ ਔਰ ਇਹ ਜਿਹੜੇ ਆ ਵਿਵਸਾਇਕ ਹੁੰਦੇ ਆ ਪ੍ਰਕਿਰਤੀ ਇਹਨਾਂ ਦੀ ਵਿਵਸਾਇਕ ਹੁੰਦੀ ਹੈ and directly address the issue concerned ਜਿਸ ਵੀ ਮਾਮਲੇ ਬਾਰੇ ਅਸੀਂ ਲਿਖਣਾ ਹੈ ਅਸੀਂ ਉਹਦੇ ਉੱਤੇ ਬਿਲਕੁਲ ਪ੍ਰਤੱਖ ਰੂਪ ਚ ਸਾਨੂੰ ਸਾਹਮਣੇ ਆਉਣਾ ਪੈਂਦਾ ਹੈ ਸਾਨੂੰ ਫਟਾਫਟ ਜਦੋਂ ਹੀ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ ਸਾਨੂੰ ਨਾਲ ਦੀ ਨਾਲ ਇਹ ਦੱਸਣਾ ਪੈਂਦਾ ਹੈ ਕਿ ਅਸੀਂ ਕਿਸ ਮਸਲੇ ਤੇ ਲਿਖਣ ਜਾ ਰਹੇ ਹਾਂ ਇਹਦੇ ਉਦਾਹਰਣ ਹੈ ਬਿਜ਼ਨਸ ਲੈਟਰ ਔਰ ਲੈਟਰ ਟੂ ਅਥਾਰਟੀਜ਼ ਉਸ ਤੋਂ ਬਾਅਦ ਬੇਟਾ ਹੁਣ ਅਸੀਂ with examples explain ਕਰਾਂਗੇ how to write a formal letter ਇੱਕ ਰਸਮੀ ਪੱਤਰ ਨੂੰ ਅਸੀਂ ਕਿਵੇਂ ਲਿਖਦੇ ਹਾਂ ਉਹਦੇ ਕੁਝ ਐਗਜ਼ਾਮਪਲਸ ਦੇ ਨਾਲ ਅਸੀਂ ਸਮਝਾਂਗੇ ਕਿ ਕਿਵੇਂ ਅਸੀਂ ਰਸਮੀ ਪੱਤਰ ਲਿਖਣੇ ਸਾਨੂੰ ਚਾਹੀਦੇ ਆ ਔਰ ਅਸੀਂ ਕਿਵੇਂ ਉਹਨਾਂ ਨੂੰ ਲਿਖਦੇ ਹਾਂ ਬੇਟਾ ਇੱਥੇ ਤੁਹਾਨੂੰ ਇੱਕ ਸਿਚੁਏਸ਼ਨ ਦਿੱਤੀ ਗਈ ਹੈ ਔਰ ਉਸ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਇਹ ਪੱਤਰ ਲਿਖਣਾ ਹੈ You are Parmeet, a resident of 6/132 Court Road,
Civil Lines Bathinda. Write a letter to the editor of a newspaper telling how you organized a tree plantation program in your school. ਮੰਨ ਲਓ ਤੁਸੀਂ ਪਰਮੀਤ ਹੋ, ਹੁਣ ਅਖੀਰ ਚ ਤੁਸੀਂ ਇਸ ਲੈਟਰ ਦੇ ਅਖੀਰ ਚ ਆਪਣਾ ਨਾਮ ਨਹੀਂ ਲਿਖਣਾ, ਬਲਕਿ ਤੁਸੀਂ ਸਾਰੇ ਕੌਣ ਬਣ ਗਏ? ਪਰਮੀਤ। ਅਖੀਰ ਚ ਨਾਮ ਕਿਹਦਾ ਆਏਗਾ? ਪਰਮੀਤ ਦਾ। ਔਰ ਉੱਥੇ ਤੁਹਾਨੂੰ ਐਡਰੈਸ ਦਿੱਤਾ ਗਿਆ ਹੈ 6/132 ਕੋਟ ਰੋਡ, ਸਿਵਲ ਲਾਈਨਸ ਬਠਿੰਡਾ। ਔਰ ਉਸ ਤੋਂ ਬਾਅਦ ਤੁਸੀਂ ਇਹ ਲੈਟਰ ਕਿਹਨੂੰ ਲਿਖਣੀ ਹੈ? ਇੱਕ ਅਖਬਾਰ ਦੇ ਐਡੀਟਰ ਨੂੰ ਲਿਖਣੀ ਹੈ। ਕਿਹਦੇ ਬਾਰੇ ਚ? How you organized a tree plantation program in your school, ਕਿ ਕਿਵੇਂ ਤੁਸੀਂ ਆਪਣੇ ਸਕੂਲ ਵਿੱਚ ਇੱਕ ਪੇੜ ਲਗਾਉਣ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ, ਕਿਵੇਂ ਇਹ ਕਾਰਜਕ੍ਰਮ ਤੁਸੀਂ ਆਰਗੇਨਾਈਜ਼ ਕੀਤਾ। ਸਭ ਤੋਂ ਪਹਿਲੇ ਬੇਟਾ ਤੁਸੀਂ ਸੈਂਡਰਸ ਜਾਂ ਆਪਣਾ your own ਐਡਰੈਸ ਲਿਖਣਾ ਹੈ 6। ਔਰ ਇਹਨੂੰ ਲਿਖਣ ਦਾ ਇੱਕ ਖਾਸ ਤਰੀਕਾ ਇਹ ਹੈ, ਇਹ ਨਹੀਂ ਹੈ ਕਿ ਤੁਸੀਂ ਇੱਕੋ ਲਾਈਨ 'ਚ ਲਿਖਤਾ 6/132 ਕੋਟ ਰੋਡ, ਸਿਵਲ ਲਾਈਨਸ ਬਠਿੰਡਾ, ਨਹੀਂ। ਸਭ ਤੋਂ ਉੱਪਰ ਤੁਸੀਂ ਜੋ ਵੀ ਹਾਊਸ ਨੰਬਰ ਹੈ ਲਿਖਿਆ 6/132 ਪਲੇਸ ਕੋਟ ਰੋਡ, ਉਹਦੇ ਨੀਚੇ ਜਗ੍ਹਾ ਸਿਵਲ ਲਾਈਨਸ, ਉਹਦੇ ਨੀਚੇ ਸਿਟੀ ਬਠਿੰਡਾ। ਉਸ ਤੋਂ ਬਾਅਦ ਸੈਕਿੰਡ ਨੰਬਰ ਦੇ ਉੱਤੇ ਤੁਸੀਂ ਕੀ ਲਿਖਣਾ ਹੈ? ਡੇਟ। ਕਿਹੜੀ ਡੇਟ? ਡੇਟ ਵਿੱਚ ਲਿਖਣ ਦਾ ਵੀ ਇੱਕ ਖਾਸ ਪੈਟਰਨ ਹੈ। ਪਹਿਲੇ ਤੁਸੀਂ ਲਿਖਣਾ ਹੈ ਮੰਥ, ਉਸ ਤੋਂ ਬਾਅਦ ਡੇਟ, ਉਸ ਤੋਂ ਬਾਅਦ ਈਅਰ। ਬੇਟਾ ਇਸ ਪੈਟਰਨ ਨੂੰ ਧਿਆਨ 'ਚ ਰੱਖਣਾ ਹੈ, ਮੰਥ, ਡੇਟ, ਈਅਰ। May 4th, ਇੱਥੇ ਮੈਂ 20 ਲਿਖ ਕੇ ਛੱਡਤਾ ਹੈ, ਤੁਸੀਂ 2021, 2022, ਅਗਰ ਅਗਲੇ ਸਾਲ ਪੇਪਰ ਹੁੰਦੇ ਆ, ਲੈਟਰ ਆਉਂਦੀ ਹੈ, ਤੁਸੀਂ ਲਿਖੋਗੇ 2022। ਔਰ ਹੁਣ ਕੋਈ ਵੀ ਜਿਹੜਾ ਵੀ ਦਿਨ ਹੈ ਤੁਹਾਡਾ, ਉਹ ਦਿਨ, ਔਰ ਉਸ ਤੋਂ ਬਾਅਦ 2021। ਨੈਕਸਟ, ਉਸ ਤੋਂ ਬਾਅਦ ਤੀਸਰੇ ਨੰਬਰ ਤੇ ਆਪਾਂ ਕੀ ਲਿਖਣਾ ਹੈ? ਰਿਸੀਵਰਸ ਐਡਰੈਸ along with his or her designation। ਜਿੰਨਾ ਵੀ ਤੁਹਾਡਾ ਉਹ ਪੱਤਰ ਪ੍ਰਾਪਤ ਕਰਨਾ ਹੈ, ਉਹਦਾ ਅਹੁਦਾ ਕੀ ਹੈ, ਉਹਦੇ ਅਹੁਦੇ ਦੇ ਨਾਲ ਨਾਲ ਉਹਦਾ ਪਤਾ ਵੀ ਆਪਾਂ ਲਿਖਣਾ ਹੈ। ਇੱਥੇ ਆਪਾਂ ਲਿਖ ਰਹੇ ਹਾਂ ਕਿਉਂਕਿ ਐਡੀਟਰ ਨੂੰ ਲੈਟਰ ਲਿਖ ਰਹੇ ਹਾਂ, ਦ ਐਡੀਟਰ। ਕਿਹੜੇ ਅਖਬਾਰ ਦਾ ਐਡੀਟਰ ਹੈ? ਦ ਟ੍ਰਿਬਿਊਨ ਬਠਿੰਡਾ। ਉਹਦੇ ਨੀਚੇ ਤੁਸੀਂ ਲਿਖਣਾ ਹੈ ਸਬਜੈਕਟ। ਸਬਜੈਕਟ ਮੀਨਸ ਵਿਸ਼ਾ ਵਸਤੂ। ਸਬਜੈਕਟ ਕੀ ਹੈ? ਟ੍ਰੀ ਪਲਾਂਟੇਸ਼ਨ ਇਨ ਦ ਸਕੂਲ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਐਡਰੈਸ ਕਰਨਾ ਹੈ, ਉਸਨੂੰ ਸੈલ્യൂਟੇਟ ਕਰਨਾ ਹੈ, ਸਰ ਜਾਂ ਫਿਰ ਮੈਡਮ। ਠੀਕ ਹੈ। ਪਹਿਲੇ ਨੰਬਰ ਤੇ ਤੁਸੀਂ ਸੈਂਡਰ ਜ਼ੋਨ ਐਡਰੈਸ, ਦੂਸਰੇ ਨੰਬਰ ਤੇ ਆਪਾਂ ਡੇਟ ਲਿਖਣੀ ਹੈ, ਤੀਸਰੇ ਨੰਬਰ ਤੇ ਇਸ ਫਾਰਮਲ ਲੈਟਰ 'ਚ ਅਸੀਂ ਰਿਸੀਵਰਸ ਡੈਜ਼ਿਗਨੇਸ਼ਨ along with ਐਡਰੈਸ ਲਿਖਣਾ ਹੈ, ਚੌਥੇ ਨੰਬਰ ਤੇ ਸਬਜੈਕਟ ਲਿਖਣਾ ਹੈ, ਔਰ ਪੰਜਵੇਂ ਨੰਬਰ ਤੇ ਉਹਨੂੰ ਸੈल्यूटेट ਕਰਦੇ ਹੋਏ ਸਰ ਜਾਂ ਫਿਰ ਮੈਡਮ। ਉਸ ਤੋਂ ਬਾਅਦ ਅਸੀਂ ਸਬਜੈਕਟ ਮੈਟਰ ਆਫ ਦਾ ਲੈਟਰ ਆ ਜਾਂਦਾ ਹੈ, ਜਿਹਨੂੰ ਅਸੀਂ ਬੋਡੀ ਆਫ ਦਾ ਲੈਟਰ ਵੀ ਕਹਿੰਦੇ ਆ। ਔਰ ਇਹਦੇ ਵਿੱਚ ਲਿਖਦੇ ਹੋਏ ਧਿਆਨ ਰੱਖਣਾ ਹੈ ਕਿ ਜਿਵੇਂ ਹੀ ਤੁਹਾਡਾ ਪੁਆਇੰਟ ਚੇਂਜ ਹੋਏਗਾ, ਉਹਦੇ ਨਾਲ ਨਾਲ ਹੀ ਤੁਸੀਂ ਪੈਰਾਗ੍ਰਾਫ ਵੀ ਚੇਂਜ ਕਰਨਾ ਹੈ। You have to change the paragraph along with the change in point. Through the columns of your esteemed paper, I want to make it clear how we organized a tree plantation program in our school. Students of each class planted 10 trees. The other students pledged to tend them. The principal and the teachers planted 1 tree each. The Minister of Education also joined the program. ਦੇਖੋ ਪਹਿਲੇ 'ਚ ਅਸੀਂ ਬਿਲਕੁਲ ਪੁਆਇੰਟ ਤੇ ਆ ਗਏ ਵੀ ਅਸੀਂ ਕਿਸ ਬਾਰੇ ਲੈਟਰ ਲਿਖ ਰਹੇ ਹਾਂ। ਟਰੀ ਪਲਾਂਟੇਸ਼ਨ ਪ੍ਰੋਗਰਾਮ ਜਿਹੜਾ ਸਾਡੇ ਸਕੂਲ 'ਚ ਹੋਇਆ ਉਸ ਬਾਰੇ ਲਿਖ ਰਹੇ ਹਾਂ। ਉਸ ਤੋਂ ਬਾਅਦ ਅਸੀਂ ਲਿਖ ਰਹੇ ਹਾਂ ਨੈਕਸਟ ਪੈਰਾਗ੍ਰਾਫ 'ਚ ਕਿ ਕਿਵੇਂ ਕਿੰਨੇ ਉਹਦੇ 'ਚ ਭਾਗ ਲਿੱਤਾ ਔਰ ਕਿਵੇਂ ਉਹ ਪ੍ਰੋਗਰਾਮ ਹੋਇਆ।
नेक्स्ट देखो, I hope students of other schools will also try to hold such programs in future. Yours truly, Parmeet. ਹੁਣ ਅਸੀਂ ਇੱਕ ਇਨਫੋਰਮੇਸ਼ਨ ਦੇਤੀ, ਉਸ ਤੋਂ ਬਾਅਦ ਇਨਫੋਰਮੇਸ਼ਨ ਦੇਣ ਤੋਂ ਬਾਅਦ ਬਿਲਕੁਲ ਐਂਡ ਵਿੱਚ ਅਸੀਂ ਆਪਣਾ ਨਾਮ ਲਿਖਣਾ ਹੈ। ਪਹਿਲੇ ਹੀ ਮੈਂ ਕਹਿਤਾ ਤੁਹਾਡਾ ਸਾਰਿਆਂ ਦਾ ਨਾਮ ਪਰਮੀਤ ਹੈ। yours truly, yours ਲਿਖਦੇ ਹੋਏ ਇੱਕ ਗੱਲ ਦਾ ਧਿਆਨ ਰੱਖਣਾ, ਕਈ ਵਾਰੀ your ਪਾ ਕੇ ਉਸ ਤੋਂ ਬਾਅਦ apostrophe ਪਾਉਂਦੇ ਹੋ, ਉਸ ਤੋਂ ਬਾਅਦ s ਪਾਉਂਦੇ ਹੋ, it is wrong. Never use apostrophe in yours. apostrophe ਕਦੀ ਵੀ use ਨਹੀਂ ਹੁੰਦਾ yours ਜਦੋਂ ਤੁਸੀਂ ending of the letters ਚ ਲਿਖਣਾ ਹੈ। yours truly, ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਲਿਖਤਾ। ਇੱਥੇ ਬਹੁਤ ਕਲੀਅਰਲੀ ਨਾਮ ਲਿਖਿਆ, ਇੱਥੇ ਸਿਗਨੇਚਰ ਨਹੀਂ ਕੀਤੇ। ਇਸ ਵਾਸਤੇ ਹੁਣ ਤੁਹਾਨੂੰ ਇੱਕ ਬਾਕਸ ਬਣਾਉਣ ਦੀ ਲੋੜ ਨਹੀਂ ਹੈ ਆਪਣਾ ਨਾਮ ਲਿਖਣ ਵਾਸਤੇ। ਉਸ ਤੋਂ ਬਾਅਦ we will post this letter to the concerned authority after writing his or her address. If at all we are sending it by post, we will write the address on envelope. ਅਸੀਂ ਲਿਫਾਫਾ ਅਗਰ ਲਾਂਗੇ ਉਹਦੇ ਵਿੱਚ ਅਗਰ ਇਹ ਪੱਤਰ ਫੋਲਡ ਕਰਕੇ ਪਾਵਾਂਗੇ ਤਾਂ ਉਸ ਲਿਫਾਫੇ ਦੇ ਉੱਪਰ ਅਸੀਂ ਐਡਰੈਸ ਲਿਖ ਦਾਂਗੇ। Now the next situation for formal letter is application to the school principal requesting to issue transfer certificate. ਹੁਣ ਇਹ ਇੱਕ ਐਪਲੀਕੇਸ਼ਨ ਹੈ ਪ੍ਰਿੰਸੀਪਲ, ਸਕੂਲ ਦੇ ਪ੍ਰਿੰਸੀਪਲ ਨੂੰ ਕਿ ਤੁਹਾਨੂੰ ਤੁਸੀਂ ਕਿਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟ੍ਰਾਂਸਫਰ ਹੋ ਗਏ ਹੋ ਤਾਂ ਤੁਹਾਨੂੰ ਟ੍ਰਾਂਸਫਰ ਸਰਟੀਫਿਕੇਟ ਚਾਹੀਦਾ ਹੈ, ਔਰ ਇਹ ਲੈਟਰ ਜ਼ਿਆਦਾਤਰ ਤੁਸੀਂ ਸਕੂਲਸ 'ਚ ਲਿਖਦੇ ਵੀ ਹੋ। ਇਹਦੇ 'ਚ ਵੀ ਸਭ ਤੋਂ ਪਹਿਲੇ ਬੇਟਾ ਸੈਂਟਰ ਜ਼ੋਨ ਐਡਰੈਸ ਯਾਨੀ ਤੁਸੀਂ ਆਪਣਾ ਐਡਰੈਸ ਲਿਖਣਾ ਹੈ। B12/122 ਕਾਲਜ ਰੋਡ, ਉਸ ਤੋਂ ਬਾਅਦ ਸਿਟੀ ਬਰਨਾਲਾ, ਉਸ ਤੋਂ ਬਾਅਦ ਡੇਟ May 8th to ਮੈਂ ਫੇਰ ਉਹੀਓ 20 ਲਿਖ ਕੇ ਛੱਡਤਾ 2021। ਉਸ ਤੋਂ ਬਾਅਦ ਜਿਹਨੂੰ ਤੁਸੀਂ ਭੇਜਣਾ ਹੈ ਯਾਨੀ ਰਿਸੀਵਰਸ ਐਡਰੈਸ along with his or her designation, the principal, government girls senior secondary school, ਉਸ ਤੋਂ ਬਾਅਦ ਸਿਟੀ ਬਰਨਾਲਾ। next subject application for school leaving certificate. Respected sir or madam, salutation, respected sir or madam, with due respect, I would like to state that my father has been transferred to Chandigarh. He has to join there for his job within 10 days. We are going to shift the coming Sunday, that is 15th of this month. Therefore, I request you to kindly issue me my school transfer certificate so that I would be able to join a new school there. I have cleared all my dues and returned all the library books. ਉਸ ਤੋਂ ਬਾਅਦ ਤੁਸੀਂ ਲਿਖਣਾ ਹੈ thanking you, set language ਹੈ ਬਿਲਕੁਲ। ਉਸ ਤੋਂ ਬਾਅਦ yours sincerely, ਵਾਨੀ ਕਪੂਰ, ਜੋ ਵੀ ਤੁਹਾਡਾ ਨਾਮ ਹੈ। ਹੁਣ ਇੱਥੇ ਆਪਾਂ ਨਾਮ ਉੱਪਰ ਕੋਈ ਨਹੀਂ ਦਿੱਤਾ ਤਾਂ ਤੁਸੀਂ ਕੋਈ ਵੀ ਨਾਮ ਲਿਖ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਲਿਖਣਾ ਹੈ ਰੋਲ ਨੰਬਰ, ਠੀਕ ਹੈ। ਇਹ ਸੈੱਟ ਪੈਟਰਨ ਤੁਹਾਨੂੰ ਫੋਲੋ ਕਰਨਾ ਪਏਗਾ ਜਦੋਂ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਲੈਟਰ ਲਿਖਦੇ ਹੋ। ਨੈਕਸਟ ਆ ਜਾਂਦਾ ਹੈ ਬੇਟਾ, let us concentrate on personal or informal letter. ਹੁਣ ਇਹ ਨਿੱਜੀ ਪੱਤਰ ਲਿਖਣ ਦਾ ਕੀ ਤਰੀਕਾ ਹੈ ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ। ਤੁਹਾਡੇ ਪਰਸਨਲ ਜਾਂ ਫਿਰ ਇਨਫਾਰਮਲ ਲੈਟਰਸ ਇਹਨੂੰ ਕਹਿ ਦਿੰਦੇ ਆ, ਉਸ ਨੂੰ ਕਿਸ ਤਰੀਕੇ ਨਾਲ ਲਿਖਣਾ ਹੈ, ਉਹਨੂੰ ਲਿਖਣ ਦਾ ਕੀ ਪੈਟਰਨ ਹੈ, ਉਹਦੇ ਬਾਰੇ ਹੁਣ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ। Informal letter, these are personal letters. ਇਹ ਨਿੱਜੀ ਪੱਤਰ ਹੁੰਦੇ ਹਨ
they need not to follow any set pattern। ਇਹਨਾਂ ਵਾਸਤੇ ਸਾਨੂੰ ਕੋਈ ਖਾਸ ਤਰ੍ਹਾਂ ਦਾ ਪੈਟਰਨ ਫੋਲੋ ਕਰਨ ਦੀ ਲੋੜ ਬਿਲਕੁਲ ਨਹੀਂ ਹੈ। ਇਹਦਾ ਖਾਸ ਪੈਟਰਨ ਨੂੰ ਅਨੁਸਰਨ ਕਰਨ ਦੀ ਲੋੜ ਨਹੀਂ ਹੈ। they contain personal information or are a written conversation। ਇਹਦੇ ਵਿੱਚ ਸਾਡੀ ਅਸੀਂ ਨਿੱਜੀ ਸੂਚਨਾ ਵੀ ਦਿੰਨੇ ਆ, ਉਹਦੇ ਨਾਲ ਨਾਲ ਇਹ ਸਾਡੀ ਮੰਨ ਲਓ ਲਿਖ ਕੇ ਅਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹਾਂ। ਇਨਫੋਰਮਲ ਲੈਟਰਸ ਆਰ ਜਨਰਲੀ ਰਿਟਨ ਟੂ ਫਰੈਂਡਸ। ਜਿਹੜੇ ਸਾਡੇ ਇਹ ਗੈਰ ਰਸਮੀ ਪੱਤਰ ਹੁੰਦੇ ਆ, ਇਹ ਅਸੀਂ ਆਪਣੇ ਦੋਸਤਾਂ ਨੂੰ ਲਿਖਨੇ ਆ, ਰਿਲੇਟਿਵਸ ਐਟਸੈਟਰਾ, ਯਾਨੀ ਆਪਣੇ ਦੋਸਤਾਂ ਨੂੰ ਲਿਖਨੇ ਆ ਜਾਂ ਫਿਰ ਆਪਣੇ ਮਿੱਤਰਾਂ ਨੂੰ ਲਿਖਨੇ ਆ, ਦੋਸਤ ਮਿੱਤਰਾਂ ਨੂੰ ਲਿਖਨੇ ਆ ਜਾਂ ਫਿਰ ਆਪਣੇ ਸੰਬੰਧੀਆਂ ਨੂੰ ਲਿਖਨੇ ਆ। ਇਨਫੋਰਮਲ ਲੈਟਰ ਔਰ ਇਨਪਰਸਨਲ ਲੈਟਰਸ ਜਿਹੜੇ ਸਾਡੇ ਗੈਰ ਰਸਮੀ ਪੱਤਰ ਹੁੰਦੇ ਆ ਔਰ ਪਰਸਨਲ ਲੈਟਰਸ ਚ ਨਿੱਜੀ ਪੱਤਰਾਂ ਚ ਅਸੀਂ ਅਗਰ ਬਲੱਡ ਰਿਲੇਸ਼ਨ ਨੂੰ ਲਿਖ ਰਹੇ ਆ, ਸਾਡੇ ਖੂਨ ਦੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਅਗਰ ਲਿਖ ਰਹੇ ਆ, ਟੂ ਬਲੱਡ ਰਿਲੇਸ਼ਨ ਵੀ ਗ੍ਰੀਟ ਵਿਦ ਦ ਵਰਡਸ ਲਾਈਕ, ਉਹਨਾਂ ਨੂੰ ਅਸੀਂ ਕਿਹੜੇ ਸ਼ਬਦਾਂ ਨਾਲ ਸੰਬੋਧਿਤ ਕਰਦੇ ਆ, ਮਾਈ ਡੀਅਰ ਫਾਦਰ ਔਰ ਮਦਰ, ਮਾਈ ਡੀਅਰ ਸਿਸਟਰ ਔਰ ਬ੍ਰਦਰ, ਮਾਈ ਡੀਅਰ ਗੀਤਾ ਅਗਰ ਸਾਡੇ ਤੋਂ ਕੋਈ ਛੋਟਾ ਹੈ, ਭੈਣ ਭਰਾ ਹੈ, ਕੋਈ ਸਾਡੇ ਕਜ਼ਨ ਹੈ, ਉਸ ਨੂੰ ਅਸੀਂ ਨਾਮ ਤੋਂ ਵੀ ਸੰਬੋਧਿਤ ਕਰ ਸਕਦੇ ਹਾਂ, ਮਾਈ ਡੀਅਰ ਗੀਤਾ, ਸੀਤਾ, ਵਟਸੋਐਵਰ may be his or her name। ਨੈਕਸਟ ਹੈ ਟੂ ਫਰੈਂਡਸ। ਫਰੈਂਡਸ ਨੂੰ ਅਸੀਂ ਕਿਵੇਂ ਸੰਬੋਧਿਤ ਕਰਨੇ ਆ, ਫॉर एग्जांपल ਡੀਅਰ ਨੀਰਾ, ਮਾਈ ਡੀਅਰ ਮਨੀ, ਕਿਸੇ ਵੀ ਤਰੀਕੇ ਨਾਲ ਜੋ ਤੁਹਾਡੇ ਫਰੈਂਡ ਦਾ ਨਾਮ ਹੈ ਉਹਨੂੰ ਡੀਅਰ ਲਗਾ ਕੇ ਵੀ ਸੰਬੋਧਿਤ ਕਰ ਸਕਦੇ ਹੋ। ਹੋਰ ਤੁਹਾਡਾ ਕਰੀਬੀ ਦੋਸਤ ਮਿੱਤਰ ਹੈ ਤਾਂ ਮਾਈ ਡੀਅਰ ਲਾ ਕੇ ਵੀ ਉਸ ਨੂੰ ਤੁਸੀਂ ਸੰਬੋਧਿਤ ਕਰ ਸਕਦੇ ਹੋ। ਇਸ ਨੂੰ ਲਿਖਣ ਦਾ ਤਰੀਕਾ ਦੇਖੋ, ਇੱਥੇ ਵੀ ਇੱਕ ਸਿਚੁਏਸ਼ਨ ਦੇ ਕੇ ਤੁਹਾਨੂੰ ਸਮਝਾਇਆ ਗਿਆ ਹੈ ਕਿ ਇਸ ਨੂੰ ਤੁਸੀਂ ਕਿਵੇਂ ਲਿਖਣਾ ਹੈ। Write a letter to your friend informing him about your brother's marriage and inviting him। ਆਪਣੇ ਕਿਸੇ ਦੋਸਤ ਨੂੰ ਤੁਸੀਂ ਆਪਣੇ ਭਰਾ ਦੇ ਵਿਆਹ ਬਾਰੇ ਦੱਸਣਾ ਹੈ ਔਰ ਉਹਦੇ ਨਾਲ ਨਾਲ ਉਹਨੂੰ ਉਸ ਵਿਆਹ 'ਚ ਆਉਣ ਲਈ ਤੁਸੀਂ ਇੱਕ ਇਨਵੀਟੇਸ਼ਨ ਵੀ ਦੇਣਾ ਹੈ, ਉਹਨੂੰ ਉਸ ਵਿਆਹ 'ਚ ਆਉਣ ਵਾਸਤੇ ਤੁਸੀਂ ਬੁਲਾਉਣਾ ਵੀ ਹੈ। ਸਭ ਤੋਂ ਪਹਿਲੇ ਤੁਸੀਂ ਇਹਦੇ 'ਚ ਵੀ ਆਪਣਾ ਐਡਰੈਸ ਲਿਖਣਾ ਹੈ, ਜਿਹੜਾ ਭੇਜ ਰਿਹਾ ਹੈ ਪੱਤਰ ਉਹਨੇ ਆਪਣਾ ਐਡਰੈਸ ਲਿਖਣਾ ਹੈ, F2401 ਬਾਲੀਵੁੱਡ ਗ੍ਰੀਨਸ, ਉਹਦੇ ਨੀਚੇ ਜਗ੍ਹਾ ਸੈਕਟਰ 113, ਉਹਦੇ ਨੀਚੇ ਸਿਟੀ SAS ਨਗਰ। ਉਸ ਤੋਂ ਬਾਅਦ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਫਾਰਮਲ ਲੈਟਰ 'ਚ ਕੀਤਾ ਹੈ, ਡੇਟ of writing the letter May 4th, ਕੋਈ ਵੀ ਜਿਵੇਂ ਡੇਟ ਹੈ ਤਾਂ ਤੁਸੀਂ ਇੱਥੇ ਜਿਵੇਂ ਜਨਵਰੀ 'ਚ ਲਿਖਦੇ ਹੋ ਤਾਂ ਜਨਵਰੀ 4th। ਉਸ ਤੋਂ ਬਾਅਦ ਈਅਰ, ਉਸ ਤੋਂ ਬਾਅਦ ਸੈਲਿਊਟੇਸ਼ਨ, ਡੀਅਰ ਹਰਮਨ, ਤੁਹਾਡੇ ਫਰੈਂਡ ਦਾ ਕੋਈ ਵੀ ਨਾਮ ਹੈ ਤੁਸੀਂ ਉਸ ਨਾਮ ਨੂੰ ਲਿਖੋਗੇ ਐਡਰੈਸ ਕਰਦੇ ਹੋਏ ਡੀਅਰ ਹਰਮਨ। ਉਸ ਤੋਂ ਬਾਅਦ ਬੋਡੀ ਆਫ ਦਾ ਲੈਟਰ ਆ ਗਈ, I am extremely happy to inform you that my brother is getting married on May 10th, 2021. Functions will start from May 8th, 2021. I am inviting you to attend all the functions with your parents and sister. You all must come. My father is booking rooms for all the guests. I have asked him to book 2 rooms for you. I will be there at the station to receive you. I will send you the card soon. Waiting to see you on May 8th, 2021. Here it is a complimentary closing. देखो ये एकदम ਅਸੀਂ thanking you, obliged ਇਸ ਤਰ੍ਹਾਂ ਖਤਮ ਨਹੀਂ ਇਹਨੂੰ ਕਰ ਰਹੇ, ਇਹਨੂੰ ਇੱਕ complimentary closing ਦੇ ਰਹੇ ਹਾਂ। Waiting to see you
on May 8th 2021 ਉਸ ਤੋਂ ਬਾਅਦ ਸਬਸਕ੍ਰਿਪਸ਼ਨ ਆ ਗਿਆ ਤੁਹਾਡਾ yours sincerely your loving friend ਵੀ ਲਿਖ ਸਕਦੇ ਹੋ ਤੁਸੀਂ yours truly ਵੀ ਲਿਖ ਸਕਦੇ ਹੋ yours affectionately ਵੀ ਲਿਖ ਸਕਦੇ ਹੋ ਉਸ ਤੋਂ ਬਾਅਦ ਸੈਂਡਰ ਦਾ ਨਾਮ ਆ ਗਿਆ ਸਾਹਿਲ ਤੁਸੀਂ ਕੋਈ ਵੀ ਨਾਮ ਜੋ ਤੁਹਾਡਾ ਆਪਣਾ ਨਾਮ ਹੈ ਕਿਉਂਕਿ ਇਸ ਐਪਲੀਕੇਸ਼ਨ ਇਸ ਲੈਟਰ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨਾਮ ਮੈਂਸ਼ਨ ਨਹੀਂ ਕੀਤਾ ਗਿਆ ਇਸ ਲਈ ਤੁਸੀਂ ਆਪਣਾ ਨਾਮ ਵੀ ਲਿਖ ਸਕਦੇ ਹੋ ਨੈਕਸਟ ਇਸੇ ਤਰ੍ਹਾਂ ਦੀ ਇੱਕ ਹੋਰ ਲੈਟਰ ਤੁਹਾਨੂੰ ਲਿਖਣ ਵਾਸਤੇ ਇੱਕ ਸਿਚੁਏਸ਼ਨ ਦਿੱਤੀ ਗਈ ਹੈ write a letter to your friend telling him why it is important to stop using single use plastic ਹੁਣ ਤੁਸੀਂ ਆਪਣੇ ਫਰੈਂਡ ਨੂੰ ਇੱਕ ਲੈਟਰ ਲਿਖਣੀ ਹੈ ਉਹਨੂੰ ਦੱਸਣਾ ਹੈ ਕਿ ਇਹ ਕਿਉਂ ਮਹੱਤਵਪੂਰਨ ਹੈ ਕਿ ਅਸੀਂ ਪਲਾਸਟਿਕ ਜਿਹੜਾ ਇੱਕ ਵਾਰੀ ਜਿਹੜਾ ਇਸਤੇਮਾਲ ਹੋ ਜਾਏ ਔਰ ਉਹ ਖਤਮ ਨਹੀਂ ਹੁੰਦਾ ਅਜਿਹੇ ਪਲਾਸਟਿਕ ਨੂੰ ਕਦੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਉਹਦੇ ਬਾਰੇ ਚ ਉਹਦੇ ਬੁਰੇ ਮਾਰੂ ਪ੍ਰਭਾਵਾਂ ਬਾਰੇ ਤੁਸੀਂ ਜਾਣਕਾਰੀ ਦਿੰਦੇ ਹੋਏ ਆਪਣੇ ਇੱਕ ਫਰੈਂਡ ਨੂੰ ਇਹ ਲੈਟਰ ਲਿਖਣੀ ਹੈ ਸਭ ਤੋਂ ਪਹਿਲੇ ਤੁਸੀਂ ਆਪਣਾ ਐਡਰੈਸ B12/121 ਗਾਂਧੀ ਨਗਰ ਉਸ ਤੋਂ ਬਾਅਦ ਸਿਟੀ ਮੋਗਾ ਉਸ ਤੋਂ ਬਾਅਦ ਡੇਟ May 5th 2021 ਉਸ ਤੋਂ ਬਾਅਦ ਤੁਹਾਡਾ ਫਿਰ ਸੈਲੂਟੇਸ਼ਨ ਡੀਅਰ ਕੁਝ ਵੀ ਜੋ ਤੁਹਾਡੇ ਫਰੈਂਡ ਦਾ ਨਾਮ ਹੈ ਸਿਮਰਨ I am fine how are you ਇੱਥੋਂ ਵੀ ਸ਼ੁਰੂ ਕਰ ਸਕਦੇ ਹੋ ਮੈਂ ਬਿਲਕੁਲ ਠੀਕ ਹਾਂ ਤੁਸੀਂ ਕਿਵੇਂ ਹੋ I think you will also be thinking about some of the current problems. I would like to share my deep concern about the ill effects caused by plastic bags which are non-biodegradable and pollute our environment. Nowadays, plastic bags are the major constituents of the filth and garbage in our society. There are certain advantages of using plastic bags. Firstly, the plastic bags are durable. Secondly, these bags are lighter in weight and available at a cheap rate. ਮਤਲਬ ਇਹ ਹੈ ਕਿ ਅਸੀਂ ਦੇਖਦੇ ਹਾਂ ਕਿ ਪਲਾਸਟਿਕ ਬੈਗ ਦਾ ਇਸਤੇਮਾਲ ਅਸੀਂ ਕਿਉਂ ਕਰਨੇ ਆ ਬੇਟਾ ਕਿਉਂਕਿ ਇਹ ਜਿਹੜੇ ਹੁੰਦੇ ਆ ਇਹਦਾ ਫਾਇਦਾ ਵੀ ਇੰਜ ਹੈ ਕਿ ਇਹਨੂੰ ਚੁੱਕਣਾ ਬੜਾ ਆਸਾਨ ਹੁੰਦਾ ਹੈ ਸਾਡੇ ਵਾਸਤੇ ਠੀਕ ਹੈ ਔਰ ਛੇਤੀ ਕਿਤੇ ਫਟਦੇ ਵੀ ਨਹੀਂ ਠੀਕ ਹੈ ਨਾ ਔਰ ਬੜੇ ਸਸਤੀ ਕੀਮਤਾਂ ਤੇ ਸਾਨੂੰ ਮਿਲ ਵੀ ਜਾਂਦੇ ਆ ਲੇਕਿਨ ਇਹ ਸਾਡੇ ਵਾਤਾਵਰਣ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਆ ਇਹ ਵਾਤਾਵਰਣ 'ਚ ਰਲ ਕੇ ਨਸ਼ਟ ਨਹੀਂ ਹੁੰਦੇ but they are easily carried by winds to and fro ਪਰ ਹਵਾ ਦੇ ਨਾਲ ਬੜੀ ਆਸਾਨੀ ਨਾਲ ਇਹ ਇੱਧਰ ਤੋਂ ਉੱਧਰ ਜਾ ਸਕਦੇ ਹੈ we also use plastic bottles straws crockery etc ਅਸੀਂ ਆਪਣੀ ਨਿੱਜੀ ਜ਼ਿੰਦਗੀ 'ਚ ਤੁਸੀਂ ਦੇਖੋ ਪਲਾਸਟਿਕ ਦੀਆਂ ਬੋਤਲਾਂ ਵੀ ਇਸਤੇਮਾਲ ਕਰਦੇ ਹਾਂ ਜਿਹੜੇ ਪਾਈਪ ਹੈ ਉਹ ਜਿਹਦੇ ਨਾਲ ਪੀਂਦੇ ਆ ਕਈ ਵਾਰੀ ਤੁਸੀਂ ਕੋਲਡ ਡਰਿੰਕ ਪੀਂਦੇ ਹੋ ਕੋਈ ਹੋਰ ਡਰਿੰਕ ਪੀਂਦੇ ਹੋ ਤਾਂ ਪਾਈਪ ਦਾ ਇਸਤੇਮਾਲ ਕਰਦੇ ਹੋ ਕਈ ਵਾਰੀ ਤੁਸੀਂ ਆਹ ਜਿਹੜੀ ਡਿਸਪੋਜ਼ੇਬਲ ਪਲੇਟਸ ਕਹਿ ਦਿੰਦੇ ਹੋ ਉਹ ਵੀ ਤੁਹਾਡੀ ਇਹ ਪਲਾਸਟਿਕ ਦੀਆਂ ਬਣੀਆਂ ਹੁੰਦੀਆਂ ਉਹਨੂੰ ਕਰੋਕਰੀ ਹੋ ਜਾਂਦੀ ਹੈ ਉਹਦੇ ਵਿੱਚ ਤੁਹਾਡੇ ਕੋਲ ਗਲਾਸ ਵੀ ਹੁੰਦੇ ਆ ਸਮਟਾਈਮ ਕੱਪਸ ਵੀ ਹੁੰਦੇ ਆ these things take thousands years to break down ਕਈ ਹਜ਼ਾਰਾਂ ਸਾਲ ਲੱਗਦੇ ਆ ਇਹਨਾਂ ਚੀਜ਼ਾਂ ਨੂੰ ਨਸ਼ਟ ਹੋਣ ਵਾਸਤੇ it proves health hazards for not only animals and birds but also for marine species ਇਹ ਨਾ ਕੇਵਲ ਸਾਡੀ ਸਿਹਤ ਨੂੰ ਨੁਕਸਾਨ ਸਾਡੇ ਜਾਨਵਰਾਂ ਨੂੰ ਪਹੁੰਚਾਉਂਦੇ ਆ ਸਾਨੂੰ ਪਹੁੰਚਾਉਂਦੇ ਆ ਪੰਛੀਆਂ ਨੂੰ ਪਹੁੰਚਾਉਂਦੇ ਆ ਪਰ ਇਹ ਜਿਹੜੇ ਹੁੰਦੇ ਆ ਜਿਹੜੇ ਜੀਵ ਜੰਤੂ ਸਮੁੰਦਰਾਂ 'ਚ ਰਹਿੰਦੇ ਆ ਉਹਨਾਂ ਵਾਸਤੇ ਵੀ ਬੜੇ ਹਾਨੀਕਾਰਕ ਹੁੰਦੇ ਆ I think we should avoid using plastic made items ਮੈਂ ਇਹ ਸੋਚਦੀ ਹਾਂ ਕਿ ਸਾਨੂੰ ਪਲਾਸਟਿਕ ਦੀਆਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਬੰਦ ਕਰ ਦੇਣਾ ਚਾਹੀਦਾ ਹੈ We should involve our buddy groups to create awareness about it. ਸਾਨੂੰ ਆਪਣੇ buddy groups ਨੂੰ ਇਹਦੇ ਵਿੱਚ
ਵੱਧ ਤੋਂ ਵੱਧ ਸ਼ਾਮਿਲ ਕਰਕੇ ਲੋਕਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਉਸ ਤੋਂ ਬਾਅਦ ਦੇਖੋ ਬੜਾ ਕੰਪਲੀਮੈਂਟਰੀ ਜੀ ਐਂਡਿੰਗ ਦੇ ਰਹੇ ਹਾਂ, ਰਿਗਾਰਡਸ ਟੂ ਅੰਕਲ ਐਂਡ ਆਂਟ। ਉਸ ਤੋਂ ਬਾਅਦ ਤੁਹਾਡੇ ਸਬਸਕ੍ਰਿਪਸ਼ਨ ਚ yours sincerely, ਉਸ ਤੋਂ ਬਾਅਦ ਨਾਮ ਆ ਗਿਆ। ਹੁਣ ਬੇਟਾ ਹੋਮਵਰਕ ਹੈ ਤੁਹਾਡਾ, try to write at least one formal and one informal letter based on any situation। ਕਿਸੇ ਵੀ ਸਿਚੁਏਸ਼ਨ ਤੇ ਇੱਕ ਰਸਮੀ ਔਰ ਇੱਕ ਗੈਰ ਰਸਮੀ ਪੱਤਰ ਤੁਸੀਂ ਲਿਖ ਕੇ ਦੇਖੋਗੇ, ਇਹ ਪ੍ਰੈਕਟਿਸ ਕਰੋਗੇ ਤਾਂ ਹੀ ਤੁਹਾਨੂੰ ਸਹੀ ਤਰੀਕੇ ਨਾਲ ਲੈਟਰ ਲਿਖਣੀ ਆਏਗੀ। ਥੈਂਕ ਯੂ so much।